ਇੱਥੇ ਪਹੁੰਚੇ ਹੋਏ ਸਾਰੇ ਹੀ ਕਿਸਾਨ ਭਰਾ, ਨੌਜਵਾਨ ਤੇ ਕਿਸਾਨ ਆਗੂ, ਮੇਰੇ ਵੱਲੋਂ ਆਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਰਦੂ ਦਾ ਇੱਕ ਸ਼ੇਅਰ ਹੈ, ਮੇਰੀ ਗੱਲ 'ਤੇ ਬੜਾ ਧਿਆਨ ਦੇਣਾ। ਹੁਣੇ ਜਿਹੜੀ 15-20 ਮਿੰਟ ਪਹਿਲਾਂ ਇਹ ਇੱਥੇ ਘਟਨਾ ਹੋਈ, ਮੈਂ ਆਇਆ ਤਾਂ ਸਿਰਫ ਇਸੇ ਕਰਕੇ ਸੀ ਕਿ ਮੈਂ 2-4 ਕਾਨੂੰਨੀ ਨੁਕਤੇ ਮੈਂ ਤੁਹਾਨੂੰ ਰੱਖਣੇ ਸੀ, ਕਿਉਂਕਿ ਬਹੁਤ ਸਾਰੇ ਪੱਤਰਕਾਰ ਨਾ ਇੱਥੇ ਭੋਲੇ ਭਾਲੇ ਜਿਹੜੇ ਪਿੱਛੇ ਕਿਸਾਨ ਫਿਰਦੇ ਆ, ਉਹਨਾਂ ਦੀਆਂ ਨਾਸਾਂ 'ਚ ਮੈਕ ਥੁਣ ਪੁੱਛਦੇ ਹੁੰਦੇ ਆ ਕਿ ਇਹ ਕਾਨੂੰਨ ਕੀ ਨੇ, ਤੁਹਾਨੂੰ ਪਤਾ ਜੀ? ਉਹ ਕਹਿੰਦੇ ਜੀ ਪਤਾ ਨਹੀਂ। ਫਿਰ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਕਿ ਇਹ ਤਾਂ ਜਿਹੜੇ ਧਰਨੇ 'ਚ ਆਏ ਇਹਨਾਂ ਨੂੰ ਕਾਨੂੰਨ ਦਾ ਪਤਾ ਤੱਕ ਨਹੀਂ ਆ। ਮੈਂ ਆਇਆ ਤਾਂ ਇਸੇ ਕਰਕੇ ਸੀ ਕਿ ਉਹ ਕੁਝ ਗੱਲਾਂ ਕਰਾਂ, ਪਰ ਫਿਰ ਮੈਂ ਸੋਚਿਆ ਕਿ ਇਸ ਗੱਲ 'ਤੇ ਵੀ ਬੋਲਾਂ। ਤਾਂ ਉਰਦੂ ਦਾ ਇੱਕ ਸ਼ੇਅਰ ਹੈ, ਉਹ ਕਹਿੰਦਾ ਕਿ ਤੂੰ ਵੀ ਕਿਤਨਾ ਸਾਦਾ ਹੈ, ਸਾਦਾ मतलब ਭੋਲਾ, कि तू भी कितना सादा है कि अपनी चाल बदलता ही नहीं, मतलब शतरंज की जो चाल, तू भी कितना सादा है कि अपनी चाल बदलता ही नहीं, हम भी कितने सादा हैं तेरी उसी चाल में आ जाते हैं। तो हर बार हाकम की जिहड़ी चाल हुंदी है हर बार उही हुंदी है, ते असीं भी भोले आ, उसे चाल च हर बारी फस जाने आ। ਤੁਸੀਂ ਕੇਂਦਰ ਦੇ ਅਧਿਕਾਰ ਸੀਮਿਤ ਹੋਣ, ਜਿਵੇਂ ਅਮਰੀਕਾ ਦੇ ਵਿੱਚ ਆ। ਅਮਰੀਕਾ ਦੇ ਵਿੱਚ ਸਿਰਫ 3 ਅਧਿਕਾਰ ਨੇ ਸੈਂਟਰ ਦੀ ਸਰਕਾਰ ਕੋਲੇ। ਡਿਫੈਂਸ ਦਾ ਅਧਿਕਾਰ ਹੈ, ਫੋਰਨ ਪਾਲਿਸੀ ਦਾ ਅਧਿਕਾਰ ਹੈ, ਕਮਿਊਨੀਕੇਸ਼ਨ ਦਾ ਅਤੇ ਕਰੰਸੀ ਦਾ ਅਧਿਕਾਰ ਹੈ। ਬਾਕੀ ਸਾਰੇ ਦੇ ਸਾਰੇ ਅਧਿਕਾਰ ਉਹ ਸੂਬਿਆਂ ਕੋਲ ਨੇ। ਪਰ ਉਹ ਅਨੰਦਪੁਰ ਸਾਹਿਬ ਦਾ ਮਤਾ ਉੱਥੇ ਕਿਉਂ ਦਬ ਗਿਆ? ਵਜ੍ਹਾ ਕੀ ਸੀ? ਕਿਉਂਕਿ ਉਹਨੂੰ ਪਾਸ ਕਰਨ ਵਾਲੇ ਸਿੱਖ ਸੀ। ਇਹੀ ਉਦੋਂ ਉਹਨਾਂ ਨੇ ਕਹਿਤਾ ਜੀ ਇਹ ਤਾਂ ਫੈਡਰਲਿਜ਼ਮ ਦੀ ਆੜ ਦੇ ਵਿੱਚ ਖਾਲਿਸਤਾਨ ਮੰਗ ਰਹੇ ਨੇ, ਤਾਂ ਉਹਨੂੰ ਬਦਨਾਮ ਕਰਨਾ ਉਸ ਮੂਵਮੈਂਟ ਨੂੰ ਬਹੁਤ ਸੌਖਾ ਹੋ ਗਿਆ। ਫਿਰ ਉਸ ਤੋਂ ਬਾਅਦ ਸਾਡਾ ਖੂਨ ਗਰਮ ਹੈ, ਗੱਲਾਂ ਹੋਰ ਪਾਸੇ ਚੱਲ ਪਈਆਂ। ਚਲੋ ਮੈਂ ਉੱਧਰ ਨਹੀਂ ਜਾਊਂਗਾ, ਪਰ ਹੁਣੇ ਜੇ ਆਪਾਂ ਇਸ ਗੱਲ 'ਤੇ ਆਈਏ ਤਾਂ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਅਤੇ ਜੋ ਬੀਜੇਪੀ ਦੇ ਲੀਡਰ 'ਤੇ ਹਮਲਾ ਹੋਇਆ, ਇਹ ਉਹੀ ਚਾਲ ਹੈ ਕਿ ਬੰਦੇ ਅੱਡੋ ਫਾਟੀ ਹੋ ਜਾਣ, ਦੁਫਾੜ ਹੋ ਜਾਣ ਅਤੇ ਆਪਸ ਇਹਨਾਂ ਦਾ ਜਿਹੜਾ ਏਕਾ ਉਹ ਟੁੱਟ ਜਾਵੇ। ਇਹ ਬਹੁਤ ਇੱਕ ਇਤਿਹਾਸਕ ਅੰਦੋਲਨ ਇਸ ਵਾਰ ਕਿਸਾਨਾਂ ਦਾ ਹੋ ਰਿਹਾ। ਕਿਸਾਨ ਸ਼ੁਰੂ ਤੋਂ ਲੜਦੇ ਆਏ ਨੇ, ਪਰ ਪਹਿਲੀ ਵਾਰੀ ਐਡੀ ਵੱਡੀ ਗਿਣਤੀ 'ਚ ਨੌਜਵਾਨ, ਕਲਾਕਾਰ, ਫਿਲਮੀ ਅਦਾਕਾਰ, ਗੱਲ ਕੀ ਸਮਾਜ ਦਾ ਹਰ ਤਬਕਾ ਸ਼ਾਮਿਲ ਹੋਇਆ। ਅਤੇ ਚਾਲ ਫਿਰ ਉਹੀ ਖੇਡੀ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਲੜਾ ਦਿਓ, ਪਾਰਟੀਬਾਜ਼ੀ ਦੇ ਨਾਂ 'ਤੇ ਲੜਾ ਦਿਓ। ਹੁਣ ਉਸ ਤੋਂ ਬਾਅਦ ਕੁਛ ਜਥੇਬੰਦੀਆਂ ਸੁਪਰੀਮ ਕੋਰਟ ਗਈਆਂ ਨੇ। ਮੈਂ ਸਭ ਤੋਂ ਪਹਿਲਾਂ ਇਹਨਾਂ ਕਾਨੂੰਨਾਂ ਦੀ ਪਹਿਲੀ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਕੋਲੇ ਇਹ ਅਧਿਕਾਰ ਨਹੀਂ ਆ ਕਾਨੂੰਨ ਪਾਸ ਕਰਨ ਦਾ, ਕਿਉਂਕਿ ਐਗਰੀਕਲਚਰ, ਖੇਤੀ ਦਾ ਜਿਹੜਾ ਮੁੱਦਾ ਹੈ ਉਹ ਸੂਬਿਆਂ ਦੇ ਅਧਿਕਾਰ ਖੇਤਰ 'ਚ ਆਉਂਦਾ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰ ਦੇਵਾਂ, ਸੰਵਿਧਾਨ ਦੀ ਜਿਹੜਾ 7ਵਾਂ ਸ਼ਡਿਊਲ ਆ ਉਹਦੇ 'ਚ 3 ਲਿਸਟਾਂ ਨੇ। ਪਹਿਲੀ ਲਿਸਟ ਜਿਹਨੂੰ ਯੂਨੀਅਨ ਲਿਸਟ ਕਹਿੰਦੇ ਆ, ਜਿਹਦੇ 'ਤੇ ਸਿਰਫ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ। ਦੂਜੀ ਲਿਸਟ ਜਿਹਨੂੰ ਸਟੇਟ ਲਿਸਟ ਕਹਿੰਦੇ ਆ, ਜਿਹਦੇ ਵਿੱਚ ਜਿੰਨੇ ਵੀ ਵਿਸ਼ੇ ਨੇ ਉਹਦੇ 'ਤੇ ਸਿਰਫ ਸੂਬਾ ਸਰਕਾਰਾਂ ਜਿਹੜੀਆਂ ਨੇ ਕਾਨੂੰਨ ਬਣਾ ਸਕਦੀਆਂ ਨੇ। ਤੀਜੀ ਲਿਸਟ ਜਿਹੜੀ ਹੈ ਉਹ ਕਨਕਰੰਟ ਲਿਸਟ ਹੈ, ਜਿਹਦੇ 'ਤੇ ਸੂਬਾ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ, ਕੇਂਦਰ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ। ਅਤੇ ਜੇ ਕੇਂਦਰ ਸਰਕਾਰ ਨੇ ਉਸ ਵਿਸ਼ੇ 'ਤੇ ਕਾਨੂੰਨ ਬਣਾਤਾ, ਉਸ ਤੋਂ ਬਾਅਦ ਸੂਬਾ ਸਰਕਾਰ ਜੇ ਕਾਨੂੰਨ ਬਣਾਈ ਜਾਵੇ ਉਹਦਾ ਕੋਈ ਮਹੱਤਵ ਨਹੀਂ, ਉਹ ਬੇਮਾਨੀ ਕਾਨੂੰਨ ਹੋ ਜਾਂਦਾ। ਤਾਂ ਐਗਰੀਕਲਚਰ ਦੀ ਜਿਹੜੀ ਐਂਟਰੀ ਹੈ ਉਹ ਜਿਹੜੇ ਸੈਕਿੰਡ ਲਿਸਟ ਦੀ 14ਵੀਂ ਐਂਟਰੀ ਹੈ, ਜਿਹਦੇ 'ਚ ਲਿਖਿਆ ਕਿ ਐਗਰੀਕਲਚਰ 'ਤੇ ਜਿਹੜਾ ਕਾਨੂੰਨ ਹੈ ਉਹ ਸੂਬਾ ਸਰਕਾਰ ਬਣਾਊਗੀ। ਇਸ ਦਾ ਹਵਾਲਾ ਦੇ ਕੇ ਕਿਹਾ ਜਾਂਦਾ ਹੈ ਕਿ ਕੇਂਦਰ ਕੋਲ ਅਧਿਕਾਰ ਨਹੀਂ ਆ। ਪਰ ਜਿਹੜੀ ਤੀਜੀ ਲਿਸਟ ਹੈ ਕਨਕਰੰਟ ਲਿਸਟ, ਉਹਦੇ ਵਿੱਚ 33ਵੀਂ ਜਿਹੜੀ ਐਂਟਰੀ ਹੈ, ਜਿਹਦੇ 'ਚ ਖਾਦ ਪਦਾਰਥਾਂ, ਤੇਲ ਬੀਜਾਂ, ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਹੈ ਅਧਿਕਾਰ ਉਹ ਸੂਬਾ ਸਰਕਾਰ ਵੀ ਬਣਾ ਸਕਦੀ ਹੈ ਅਤੇ ਕੇਂਦਰ ਸਰਕਾਰ ਵੀ ਬਣਾ ਸਕਦੀ ਹੈ। ਉਸੇ 33ਵੀਂ ਐਂਟਰੀ ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ। ਸੁਪਰੀਮ ਕੋਰਟ ਜਾਣਾ ਚਲੇ ਜਾਓ, ਸੁਪਰੀਮ ਕੋਰਟ 'ਚੋਂ ਕਿਸੇ ਨੂੰ ਕੋਈ ਰਾਹਤ ਨਹੀਂ ਮਿਲਣੀ। ਵੈਸੇ ਵੀ ਪਿੱਛੇ ਹੁਣ ਅਸੀਂ ਕਿੰਨੇ ਫੈਸਲੇ ਦੇਖ ਹੀ ਚੁੱਕੇ ਹਾਂ ਕਿ ਅਦਾਲਤਾਂ ਤੋਂ ਬਹੁਤੀਆਂ ਉਮੀਦਾਂ ਰੱਖਣੀਆਂ ਛੱਡ ਦਿਓ। ਮੈਂ ਵਕੀਲ ਹਾਂ ਹਾਈ ਕੋਰਟ ਦਾ, ਫਿਰ ਵੀ ਮੈਂ ਕਹਿ ਰਿਹਾ ਕਿ ਅਦਾਲਤਾਂ ਲੋਕ ਹਿੱਤ ਫੈਸਲੇ ਅੱਜ ਕੱਲ੍ਹ ਕਰਨ ਤੋਂ ਝਿਜਕਦੀਆਂ ਨੇ। ਅਤੇ ਹੁਣ ਜਿਹੜੀ ਆਪਾਂ ਇਸ ਕਾਨੂੰਨ ਦੀ ਗੱਲ ਕਰੀਏ, ਪਹਿਲਾ ਜਿਹੜਾ ਕਾਨੂੰਨ ਹੈ ਇਹ ਕਾਨੂੰਨ ਹੈ ਜੀ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਐਕਟ। ਸਾਦੀ ਭਾਸ਼ਾ 'ਚ ਕਹਿ ਲਈਏ ਕਿ ਇਹ ਖੁੱਲ੍ਹੀ ਮੰਡੀ ਦਾ ਕਾਨੂੰਨ ਹੈ ਕਿ ਮੰਡੀਆਂ ਜਿਹੜੀਆਂ ਨੇ, ਹੁਣ ਤੱਕ APMC ਐਕਟ ਲਾਗੂ ਸੀ
ਕਿ ਜਿਹੜੀ ਮੰਡੀ ਨਿਰਧਾਰਤ ਮੰਡੀ ਸੀ, ਹਰ ਇਲਾਕੇ ਨੂੰ ਮੰਡੀ, ਹਰ ਪਿੰਡ ਨੂੰ ਮੰਡੀ ਵੰਡੀ ਹੋਈ ਸੀ ਕਿ ਤੁਹਾਡੇ ਪਿੰਡ ਨੂੰ ਇਹ ਮੰਡੀ ਲੱਗਦੀ ਹੈ, ਤੁਹਾਡੇ ਪਿੰਡ ਨੂੰ ਇਹ ਮੰਡੀ ਲੱਗਦੀ ਹੈ। ਪਰ ਇਹ ਕਾਨੂੰਨ ਕਹਿੰਦਾ ਕਿ ਕੋਈ ਮੰਡੀ ਨਹੀਂ ਹੋਊਗੀ, ਕਿ ਵਪਾਰੀ ਜਿਹੜਾ ਹੈ ਸਿੱਧਾ ਕਿਸਾਨ ਤੋਂ ਆ ਕੇ, ਵਪਾਰੀ ਜਾਂ ਵਪਾਰੀ ਯੂਨੀਅਨ ਉਹ ਕਿਸਾਨ ਤੋਂ ਆ ਕੇ ਉਹਦੀ ਫਸਲ ਖਰੀਦ ਸਕਦੇ ਨੇ, ਜੋ ਮੁੱਲ ਉਹ ਲਾਉਣਗੇ ਉਹ ਮੁੱਲ ਉਹਨਾਂ ਨੂੰ ਮਿਲ ਜੂਗਾ। ਪਰ ਇਹਦੇ 'ਚ ਜਿਹੜੀ ਸਭ ਤੋਂ ਵੱਡੀ ਕਮੀ ਜਿਹੜੀ ਹੈ ਕਿ ਸਭ ਤੋਂ ਪਹਿਲਾਂ ਕਿ ਮੰਡੀ ਤਾਂ ਤੁਸੀਂ ਖਤਮ ਕਰਤੀ, ਮੰਡੀ ਤਾਂ ਤੁਸੀਂ ਕਹਿੰਦਾ ਕਿ ਮੰਡੀ 'ਚ ਤਾਂ ਇਹ ਹੋਊਗੀ ਨਹੀਂ, ਤਾਂ ਫਿਰ ਉਹ ਜਿਹੜਾ ਵਪਾਰੀ ਉਹ ਖਰੀਦੂਗਾ ਕਿੱਥੋਂ? ਉਹਦੇ ਲਈ ਇਹਨਾਂ ਨੇ, ਮਾਫ਼ ਕਰਨਾ ਮੈਂ ਥੋੜ੍ਹਾ ਟਾਈਮ ਲੱਗੇ, ਹਾਂ, ਟਰੇਡ ਏਰੀਆ ਨਾਮ ਦਿੱਤਾ ਉਹਨੂੰ, ਕਿ ਟਰੇਡ ਏਰੀਏ 'ਚੋਂ ਉਹ ਜਿਹੜੀ ਫਸਲ ਆ ਖਰੀਦੀ ਜਾ ਸਕਦੀ ਆ। ਹੁਣ ਟਰੇਡ ਏਰੀਆ ਕਿਹੜਾ? ਫਾਰਮ ਗੇਟਸ, ਮਤਲਬ ਕਿਸਾਨ ਗੇਟ ਕਹਿ ਲਓ, ਫੈਕਟਰੀ ਪ੍ਰੇਮਾਈਸਿਸ, ਕੋਈ ਕਿਸੇ ਨੇ ਸ਼ੈਲਰ ਲਾਇਆ ਉਹਦੀ ਜਿਹੜੀ ਜਗ੍ਹਾ ਉਹ, ਦੂਜੀ ਵੇਅਰ ਹਾਊਸ, ਤੀਜੀ ਸਿਲੋਜ਼, ਚੌਥਾ ਕੋਲਡ ਸਟੋਰ, ਅਤੇ ਪੰਜਵਾਂ ਕੋਈ ਵੀ ਜਗ੍ਹਾ ਜਿਹੜੀ ਨਿਰਧਾਰਿਤ ਕੀਤੀ ਜਾਊਗੀ। ਹੁਣ ਮੰਡੀ ਦੇ ਵਿੱਚ ਤੁਸੀਂ ਦੇਖੋ ਬਾਸਮਤੀ ਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ ਉਹ ਤੈਅ ਨਹੀਂ ਆ, ਅਤੇ ਜਿਹੜੇ ਵਪਾਰੀ ਨੇ ਉਹ ਆਪਣੀ ਯੂਨੀਅਨ, ਆਪਣੀ ਏਕਾ ਕਰ ਲੈਂਦੇ ਨੇ ਕਿ ਆਪਾਂ ਇਸ ਤੋਂ ਜ਼ਿਆਦਾ ਬੋਲੀ ਨਹੀਂ ਲਾਉਣੀ। ਇੱਥੇ ਹੁਣ ਜਗ੍ਹਾ ਹੀ ਤੈਅ ਨਹੀਂ ਕਿ ਫਸਲ ਕਿਸਾਨ ਵੇਚੂਗਾ ਕਿੱਥੇ। ਕਿਸਾਨ ਦੇ ਜੇ ਘਰ ਦੀ ਗੱਲ ਕਰੀਏ, ਉੱਥੇ ਇੱਕ ਵਪਾਰੀ ਵਗ ਜੂਗਾ, ਦੋ ਵਗ ਜਾਣਗੇ, ਉਹ ਬੋਲੀ ਕਿੱਥੋਂ ਦੇਣਗੇ? ਬੋਲੀ ਤਾਂ ਉੱਥੇ ਲੱਗੂ ਨਾ ਜਿੱਥੇ ਕੋਈ 50 ਵਪਾਰੀ ਖੜ੍ਹੇ ਨੇ, 30 ਵਪਾਰੀ ਖੜ੍ਹੇ ਨੇ, ਫੇਰ ਹੀ ਬੋਲੀ ਲੱਗ ਸਕਦੀ ਹੈ। ਅਤੇ ਉਹ ਇਸ ਕਰਕੇ ਸਭ ਤੋਂ ਵੱਡੀ ਗੱਲ ਤਾਂ ਟਰੇਡ ਏਰੀਆ, ਕਿ ਜਿਹੜੀ ਫਸਲ ਆ ਉਹ ਵਿਕੂਗੀ ਕਿੱਥੇ, ਇਹ ਸਭ ਤੋਂ ਵੱਡਾ ਇਸ ਜਿਹੜਾ ਕਾਨੂੰਨ ਆ ਉਹਦੇ 'ਚ ਲੂਪ ਹੋਲ ਆ। ਦੂਸਰਾ ਵੱਡਾ ਲੂਪ ਹੋਲ ਹੈ ਕਿ ਜੇ ਝਗੜਾ ਹੋ ਜਾਂਦਾ ਹੈ ਪੈਸਿਆਂ ਨੂੰ ਲੈ ਕੇ, ਕਾਨੂੰਨ ਇਹ ਕਹਿੰਦਾ ਕਿ ਉਸੇ ਦਿਨ ਪੇਮੈਂਟ ਅਦਾ ਕਰਨੀ ਹੈ ਜਾਂ ਵੱਧ ਤੋਂ ਵੱਧ ਤੀਜੇ ਦਿਨ ਅਦਾ ਕਰਨੀ ਹੈ। ਨਹੀਂ ਕਰਨੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ SDM ਕੋਲ ਜਾਓਗੇ। SDM ਇੱਕ ਕੌਂਸੀਲੇਸ਼ਨ ਬੋਰਡ ਨਾਮ ਰੱਖਿਆ ਗਿਆ ਉਹਦਾ। ਕੌਂਸੀਲੇਸ਼ਨ ਬੋਰਡ ਮਤਲਬ ਸਮਝੌਤਾ ਕਮੇਟੀ, ਜਿਹਦੇ 'ਚ ਕਿਸਾਨ ਵੀ ਆਪਣੇ 2 ਬੰਦੇ ਦੇਊਗਾ ਕਿ ਮੇਰੇ ਵੱਲੋਂ ਇਹ ਬੰਦੇ ਹੋਣਗੇ, ਵਪਾਰੀ ਆ ਉਹ ਵੀ ਆਪਣੇ 2 ਬੰਦੇ ਦੇਊਗਾ। ਉਹ ਬੰਦੇ ਮਿਲ ਕੇ ਜੋ ਫੈਸਲਾ ਕਰਨਗੇ ਉਹ ਫੈਸਲਾ ਲਾਗੂ ਹੋਊਗਾ। ਉਹਦੇ ਖਿਲਾਫ ਤੁਸੀਂ ਫਿਰ ਕਲੈਕਟਰ DC ਕੋਲੇ ਅਪੀਲ ਪਾ ਸਕਦੇ ਹੋ। ਇਸ ਤੋਂ ਬਾਅਦ ਖਤਮ। ਦੀਵਾਨੀ ਅਦਾਲਤਾਂ ਦੀ ਜਿਹੜੀ ਜੂਰੀਡਿਕਸ਼ਨ ਆ, ਉਹਨਾਂ ਕੋਲ ਜਾਣ ਦਾ ਜਿਹੜਾ ਅਧਿਕਾਰ ਆ ਉਹ ਖਤਮ ਕਰ ਦਿੱਤਾ ਗਿਆ। ਉਹ ਠੀਕ ਹੈ, ਉਹਦੇ 'ਤੇ ਮੈਂ ਬਾਅਦ 'ਚ ਆਉਣਾ ਉਹ ਕਿਉਂ ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜਾ ਇਸ ਐਕਟ ਦੇ ਵਿੱਚ, ਇਹਦੇ 'ਚ ਇੰਨੀਆਂ ਕੀ ਗੱਲਾਂ ਨੇ ਮੇਨ ਜਿਹੜੀਆਂ ਹੈਗੀਆਂ ਨੇ, ਬਾਕੀ ਤਾਂ ਚਲੋ ਜਿਹੜੀਆਂ ਫਾਰਮੈਲਿਟੀਆਂ ਨੇ। ਦੂਜਾ ਜਿਹੜਾ ਹੈਗਾ ਕਾਨੂੰਨ ਉਹ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮਸ ਸਰਵਿਸਿਜ਼ ਐਕਟ। ਇਹਨੂੰ ਸਿੱਧੀ ਭਾਸ਼ਾ 'ਚ ਕਹਿ ਲਈਏ ਕਿ ਕਿਸਾਨ ਦੇ ਨਾਲ ਵਪਾਰੀ ਸਮਝੌਤਾ ਕਰੂਗਾ ਫਸਲ ਬੀਜਣ ਤੋਂ ਪਹਿਲਾਂ। ਕਿ ਜਿਵੇਂ ਪੈਪਸੀਕੋ ਹੈ ਜਿਹੜੀ ਲੇਜ਼ ਬਣਾਉਂਦੀ ਹੈ ਕੰਪਨੀ, ਆਪਣੇ ਇੱਥੇ ਚੰਨੋ ਹੈ ਪਟਿਆਲੇ ਕੋਲੇ, ਉੱਥੇ ਉਹਨਾਂ ਦੀ ਫੈਕਟਰੀ ਹੈ। ਉਹ ਬਹੁਤ ਸਾਰੇ ਕਿਸਾਨਾਂ ਨਾਲ ਉਹ ਐਗਰੀਮੈਂਟ ਕਰਦੇ ਨੇ ਕਿ ਤੂੰ 5 ਕਿੱਲੇ ਆਲੂ ਲਾ ਅਤੇ ਇਹਦੀ ਜਿੰਨੀ ਉਪਜ ਹੋਊਗੀ ਇੰਨੇ ਰੁਪਏ ਅਸੀਂ ਤੈਨੂੰ ਦੇਵਾਂਗੇ। ਤਾਂ ਇਸੇ ਤਰ੍ਹਾਂ ਦੇ ਸਮਝੌਤੇ ਵਪਾਰੀ ਜਿਹੜੇ ਨੇ ਉਹ ਕਿਸਾਨਾਂ ਨਾਲ ਕਰ ਸਕਣਗੇ ਫਸਲ ਬੀਜਣ ਤੋਂ ਪਹਿਲਾਂ। ਉਹ ਕੁਆਲਿਟੀ ਵੀ ਤੈਅ ਕਰੂਗਾ, ਨਾਲ ਉਹ ਸਪੋਂਸਰ ਵੀ ਕਰੂਗਾ ਕਿ ਮੈਂ ਤੈਨੂੰ ਇਹਦੇ ਬਦਲੇ ਇਹ ਮੈਂ ਤੈਨੂੰ ਸਹੂਲਤਾਂ ਦੇਊਂਗਾ, ਮਤਲਬ ਮੈਂ ਤੈਨੂੰ ਖਾਦ ਦੇਊਂਗਾ ਜਾਂ ਮੈਂ ਤੈਨੂੰ ਚੰਗੇ ਬੀਜ ਲਿਆ ਕੇ ਦੇਊਂਗਾ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਤਕਨੀਕੀ ਮੈਂ ਤੈਨੂੰ ਸਹਾਇਤਾ ਕਰੂੰਗਾ। ਅਤੇ ਉਹ ਜਿਹੜੇ ਐਗਰੀਮੈਂਟ ਨੇ ਉਹ ਬੇਸਿਕਲੀ ਉਸ ਤਰੀਕੇ ਨੂੰ ਲੈ ਕੇ ਇਹ ਕਾਨੂੰਨ ਬਣਿਆ। ਹੁਣ ਐਗਰੀਮੈਂਟ ਦੀ ਜੇ ਗੱਲ ਕਰੀਏ ਤਾਂ ਇੱਕ ਆਮ ਅਸੀਂ ਵਕੀਲ ਹੋ ਕੇ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਰਹਿ ਜਾਂਦੀਆਂ ਨੇ ਐਗਰੀਮੈਂਟ ਲਿਖਣ ਵੇਲੇ, ਜਿਨ੍ਹਾਂ ਦਾ ਫਾਇਦਾ ਦੂਸਰੀ ਧਿਰ ਲੈ ਜਾਂਦੀ ਆ। ਇੱਕ ਕਿਸਾਨ ਤੋਂ ਉਮੀਦ ਕਰੀਏ ਕਿ ਉਹ ਇੱਕ ਐਗਰੀਮੈਂਟ ਇਕਰਾਰਨਾਮਾ ਬਣਾਊਗਾ ਅਤੇ ਉਹਦੇ 'ਚ ਉਹਦਾ ਅਪਰ ਹੈਂਡ, ਮਤਲਬ ਕਿ ਉਹਦੀ ਜ਼ਿਆਦਾ ਸੁਣੀ ਜਾਊਗੀ, ਇਹ ਉਮੀਦ ਲਾਉਣੀ ਮੇਰੇ ਖਿਆਲ ਇਹ ਸਾਡੀ ਨਾ ਸਮਝੀ ਆ। ਤਾਂ ਇਹ ਜਿਹੜਾ ਦੂਜਾ ਕਾਨੂੰਨ ਆ ਜਿਹਦੇ ਤਹਿਤ ਵਪਾਰੀ ਕਿਸਾਨ ਦੇ ਨਾਲ ਇਕਰਾਰਨਾਮਾ ਕਰਨਗੇ ਕਿ ਤੂੰ ਆਪਣੀ ਫਸਲ ਬੀਜ, ਤੇਰੀ ਅਸੀਂ ਖਰੀਦਾਂਗੇ, ਪਰ ਉਹ ਖਰੀਦਣ ਲਈ ਪਾਬੰਦ ਨਹੀਂ ਆ ਕਿਉਂਕਿ ਉਹ ਕੁਆਲਿਟੀ ਤੈਅ ਕਰੂਗਾ। ਹੁਣ ਜਿਸ ਤਰ੍ਹਾਂ ਪੈਪਸੀਕੋ ਹੈ, ਉਹ ਆਲੂਆਂ ਦੀ ਇੱਕ ਸਪੈਸ਼ਲ ਸ਼ੇਪ ਮੰਗਦੇ ਨੇ ਕਿ ਸਾਨੂੰ ਇੰਨੇ ਸਾਈਜ਼ ਦੇ ਆਲੂ ਚਾਹੀਦੇ ਨੇ, ਜੇ ਵੱਡਾ ਹੋਊ, ਗੋਲ ਨਹੀਂ ਹੋਊਗਾ ਜਾਂ ਇਸ ਤਰ੍ਹਾਂ ਹੋਊ ਤਾਂ ਉਹ ਨਹੀਂ ਲੈਂਦੇ। ਤਾਂ ਫਿਰ ਉਹ ਕਿਸਾਨ ਕਿੱਥੇ ਜਾਊਗਾ? ਦੂਸਰੀ ਸਭ ਤੋਂ ਵੱਡੀ ਹੁਣ ਇਹਦੇ ਵਿੱਚ ਤੀਸਰਾ ਜਿਹੜਾ ਕਾਨੂੰਨ ਹੈ ਉਹ ਕਾਨੂੰਨ ਹੈ ਜਿਹਨੂੰ ਆਪਾਂ ਜਿਹੜੀ ਉਹ ਕਾਨੂੰਨ ਹੈ ਬੇਸਿਕਲੀ 1955 ਦਾ ਕਾਨੂੰਨ ਆ। ਉਹਦੇ 'ਚ ਅਮੈਂਡਮੈਂਟ ਕੀਤੀ ਗਈ ਹੈ ਐਸੈਂਸ਼ੀਅਲ ਕਮੋਡਿਟੀ ਐਕਟ। ਇਹਨੂੰ ਆਪਾਂ ਕਾਲਾ ਬਾਜ਼ਾਰੀ ਕਾਨੂੰਨ ਕਹਿ ਸਕਦੇ ਹਾਂ ਕਿ ਪਹਿਲਾਂ ਤੁਹਾਨੂੰ ਸਟੋਰ, ਜਿਵੇਂ DAP ਜਦੋਂ ਹੁਣ ਵਿਕਦੀ ਹੈ, DAP ਸਟੋਰ ਕਰ ਲੈਂਦੇ ਨੇ, ਕਹਿੰਦੇ ਨੇ ਜੀ ਇਹਦੀ ਸ਼ਾਰਟੇਜ ਪੈ ਗਈ
ਤੇ ਬਲੈਕ 'ਚੋਂ ਫਿਰ ਜਿੰਨੀ ਮਰਜ਼ੀ ਚੱਕ ਲਓ। ਇਸੇ ਤਰ੍ਹਾਂ ਖੰਡ ਹੈ ਸਟੋਰ ਕਰ ਲੈਂਦੇ ਨੇ, ਪਿਆਜ਼ ਹੈ ਸਟੋਰ ਕਰ ਲੈਂਦੇ ਨੇ। ਇਹ ਗੈਰ ਕਾਨੂੰਨੀ ਹੈ। ਪਰ ਇਹ ਜਿਹੜਾ ਕਾਨੂੰਨ ਹੈ ਇਹ ਸਿੱਧੀ ਆਜ਼ਾਦੀ ਦੇ ਰਿਹਾ ਕਿ ਜਿੰਨਾ ਮਰਜ਼ੀ ਸਟੋਰ ਕਰੋ। ਤਾਂ ਪਹਿਲੇ ਜਿਹੜੇ 2 ਕਾਨੂੰਨ ਨੇ ਉਹ ਸਿੱਧੇ ਸਿਰਫ ਕਿਸਾਨਾਂ ਨੂੰ ਇਫੈਕਟ ਕਰਦੇ ਨੇ, ਅਤੇ ਜਿਹੜਾ ਤੀਜਾ ਕਾਨੂੰਨ ਆ ਉਹ ਪੂਰੇ ਦੇਸ਼ ਨੂੰ ਇਫੈਕਟ ਕਰਦਾ ਹੈ। ਜੋ ਵੀ ਕੋਈ ਬਾਜ਼ਾਰ 'ਚੋਂ ਸਮਾਨ ਖਰੀਦਦਾ ਹੈ ਉਹ ਸਾਰੇ ਦੇ ਸਾਰੇ ਇਸ ਕਾਨੂੰਨ ਦੀ ਮਾਰ ਹੇਠ ਆਉਣਗੇ, ਅਤੇ ਇਸ ਕਾਨੂੰਨ 'ਤੇ ਸਭ ਨੂੰ ਸਾਥ ਦੇਣਾ ਚਾਹੀਦਾ। ਹੁਣ ਇਹਦਾ ਜਿਹੜਾ ਮੈਂ ਜਿਹੜੀ ਗੱਲ ਕਹੀ ਸੀ ਕਿ ਜਿਹੜਾ ਦੀਵਾਨੀ ਅਦਾਲਤਾਂ ਦਾ ਅਧਿਕਾਰ ਖਤਮ ਕੀਤਾ ਉਹ ਠੀਕ ਕੀਤਾ ਹੈ। ਉਹ ਮੈਂ ਇਸ ਕਰਕੇ ਕਿਹਾ ਸੀ, ਤੁਹਾਡਾ ਵੀ ਪਾਲਾ ਪਿਆ ਹੋਣਾ ਅਦਾਲਤਾਂ ਨਾਲ, ਕਿ ਜਿਹੜਾ ਦੀਵਾਨੀ ਅਦਾਲਤ 'ਚ ਇੱਕ ਵਾਰੀ ਕੇਸ ਚਲਾ ਗਿਆ ਉਹ 10-10 ਸਾਲ ਲਮਕਦਾ ਰਹਿੰਦਾ। ਇੱਕ ਗਰੀਬ ਕਿਸਾਨ ਜਿਹਦੀ 50,000 ਜਾਂ ਲੱਖ ਰੁਪਏ ਪੇਮੈਂਟ ਫਸ ਗਈ, ਜੇ ਉਹ ਦੀਵਾਨੀ ਅਦਾਲਤ ਜਾਊਗਾ ਪਹਿਲੀ ਗੱਲ ਤਾਂ ਉਹਨੂੰ ਵਕੀਲ ਕਰਨਾ ਪਊਗਾ, ਫਿਰ ਦੀਵਾਨੀ ਅਦਾਲਤ ਦੇ ਖਿਲਾਫ ਤੁਸੀਂ ਜ਼ਿਲ੍ਹਾ ਅਦਾਲਤ 'ਚ ਅਪੀਲ ਕਰੋ, ਫਿਰ ਅਗਲਾ ਹਾਈ ਕੋਰਟ ਚਲਾ ਜਾਊ, ਤੁਸੀਂ ਇਸ ਤਰ੍ਹਾਂ ਹੀ ਭਟਕਦੇ ਰਹੋਗੇ। ਤਾਂ ਦੀਵਾਨੀ ਅਦਾਲਤਾਂ ਦਾ ਅਧਿਕਾਰ ਖਤਮ ਕਰਨਾ ਸਹੀ ਹੈ, ਪਰ ਉਹਦਾ ਜਿਹੜਾ ਬਦਲ ਦਿੱਤਾ ਗਿਆ ਹੈ ਕਿ SDM ਕਰੂਗਾ ਉਹ ਗਲਤ ਹੈ। ਤਾਂ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਬਈ ਜਿਹੜੇ ਤੁਹਾਡੇ ਅੰਦੋਲਨ ਨੂੰ ਪਾਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਤੋਂ ਬਚਣ ਦਾ ਮੈਂ ਕਿਉਂਕਿ ਮੈਂ ਵਿਦਿਆਰਥੀ ਜਥੇਬੰਦੀਆਂ 'ਚ ਵੀ ਰਿਹਾ, ਅਸੀਂ ਵੀ ਰਾਜਨੀਤਿਕ ਲੜਾਈਆਂ ਲੜੀਆਂ ਨੇ, ਅਸੀਂ ਯੂਨੀਵਰਸਿਟੀ 'ਚ ਵੀ ਉਦੋਂ ਵੀ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਉਹਦਾ ਇੱਕ ਬਹੁਤ ਸਿੱਧਾ ਸਾਦਾ ਤਰੀਕਾ ਹੈ। ਜਿਹੜਾ ਬੰਦਾ ਇੱਥੇ ਆ ਕੇ ਕੋਈ ਵਿਚੋਲਗੀ ਕਰਦਾ ਹੈ ਜਾਂ ਸਾਜ਼ਿਸ਼ ਕਰਦਾ ਹੈ ਜਾਂ ਇਸ ਤਰੀਕੇ ਨਾਲ ਭੜਕਾਊ ਗੱਲ ਕਰਦਾ ਕਿ ਧਰਨਾ ਟੁੱਟ ਜਾਵੇ, ਉਹਨੂੰ ਪਛਾਣਨ ਦਾ ਸਿੱਧਾ ਤਰੀਕਾ ਕਿ ਪਹਿਲਾਂ ਆਪਣੇ ਟੀਚੇ ਮਿਥ ਲਓ। ਸਭ ਤੋਂ ਪਹਿਲਾਂ ਤੁਸੀਂ ਮਿਥਣਾ ਹੈ ਕਿ ਜਿਵੇਂ ਓਵਰਆਲ ਜੇ ਮੈਂ ਆਪਣੀ ਕਾਨੂੰਨੀ ਗੱਲ ਕਰਾਂ, ਓਵਰਆਲ ਸਾਰੇ ਦੇ ਸਾਰੇ ਕਾਨੂੰਨ ਮਾੜੇ ਨਹੀਂ ਹੈਗੇ। ਜੇ ਆਪਾਂ ਕਹੀਏ ਵੀ ਇਹ 'ਤੇ ਲਕੀਰ ਹੀ ਮਾਰ ਦਿਓ, ਕਿਉਂਕਿ ਜੇ ਸਾਨੂੰ ਇੱਕ ਆਪਸ਼ਨ ਮਿਲ ਰਿਹਾ ਕਿ ਵਪਾਰੀ ਵੀ ਸਾਡੀ ਫਸਲ ਖਰੀਦ ਸਕੇ ਜਾਂ ਸਾਡੇ ਨਾਲ ਸਮਝੌਤਾ ਕਰ ਸਕੇ ਅਤੇ ਉਹਦਾ ਕੋਈ ਸਾਨੂੰ ਫਾਇਦਾ ਮਿਲ ਸਕੇ ਤਾਂ ਇਹ ਮਾੜਾ ਨਹੀਂ। ਪਰ ਇਹਦੇ 'ਚ ਕੁਛ ਸੋਧਾਂ ਜ਼ਰੂਰੀ ਨੇ। ਉਹ ਸੋਧਾਂ ਕੀ ਨੇ? ਹੁਣ ਸਭ ਤੋਂ ਪਹਿਲਾਂ ਤਾਂ ਇਹ ਤੈਅ ਕਰਨਾ ਅਸੀਂ ਨੇ ਕਿ ਅਸੀਂ ਮੰਗਣਾ ਕੀ ਹੈ। ਦੂਜਾ ਅਤੇ ਉਹਦੇ 'ਤੇ ਖੜਨਾ ਕਿਵੇਂ ਆ। ਜਿਹੜਾ ਤਾਂ ਸਾਡੀਆਂ ਉਹਨਾਂ ਮੰਗਾਂ ਦੇ ਨਾਲ ਸਹਿਮਤ ਹੋ ਕੇ ਗੱਲ ਕਰੂਗਾ ਉਹ ਤਾਂ ਸਾਡੇ ਹੱਕ ਦੀ ਗੱਲ ਕਰ ਰਿਹਾ। ਜਿਹੜਾ ਉਹ ਤੋਂ ਇੱਧਰ ਉੱਧਰ ਜਾ ਰਿਹਾ ਉਹਦੀ ਸਿੱਧੀ ਪਛਾਣ ਹੈ ਕਿ ਉਹ ਬੰਦਾ ਜਾਂ ਤਾਂ ਗੌਰਮੈਂਟ ਦਾ ਏਜੰਟ ਆ ਜਾਂ ਕਿਸੇ ਏਜੰਸੀ ਦਾ ਏਜੰਟ ਹੈ। ਉਹਦੀ ਗੱਲ ਨਾ ਸੁਣੋ, ਉਹਨੂੰ ਹੱਥ ਬੰਨ੍ਹ ਕੇ ਵਿਦਾ ਕਰ ਦਿਓ। ਕਿਸੇ ਨਾਲ ਹੱਥੋਂ ਪਾਈ ਹੋਣ ਦੀ ਲੋੜ ਨਹੀਂ, ਕਿਸੇ ਨਾਲ ਤਕਰਾਰ ਕਰਨ ਦੀ ਲੋੜ ਨਹੀਂ। ਤਾਂ ਮੇਰੇ ਜਿਹੜੇ ਸੁਝਾਅ ਨੇ ਉਹ ਪ੍ਰਧਾਨ ਸਾਹਿਬ ਵੀ ਨੋਟ ਕਰਨ, ਬਾਕੀ ਤੁਸੀਂ ਵੀ ਨੋਟ ਕਰ ਲਿਓ। ਪਹਿਲਾਂ ਤਾਂ ਜਿਹੜਾ SDM ਦੇ ਜਾਣ ਦੀ ਗੱਲ ਹੈ ਉਹਦੇ ਲਈ ਮੈਂ ਚਾਹੁੰਦਾ ਕਿ ਵੀ ਇੱਕ ਜਿਵੇਂ ਕੰਜ਼ਿਊਮਰ ਪ੍ਰੋਟੈਕਸ਼ਨ ਫੋਰਮ ਬਣੇ ਹੋਏ ਨੇ। ਜਦੋਂ ਕੋਈ ਤੁਸੀਂ ਫਰਿੱਜ ਖਰੀਦਦੇ ਹੋ, ਤੁਸੀਂ ਕੋਈ ਕਾਰ ਖਰੀਦਦੇ ਹੋ, ਮੋਟਰਸਾਈਕਲ ਖਰੀਦਦੇ ਹੋ, ਉਹਦੇ 'ਚ ਕੋਈ ਖਰਾਬੀ ਆ ਜਾਂਦੀ ਹੈ ਅਤੇ ਜਿਹੜਾ ਸੈਲਰ ਹੈ, ਜਿਹੜਾ ਵਿਕਰੇਤਾ ਹੈ, ਉਹ ਤੁਹਾਨੂੰ ਠੀਕ ਕਰਕੇ ਨਹੀਂ ਦਿੰਦਾ ਤਾਂ ਤੁਸੀਂ ਡਿਸਟ੍ਰਿਕਟ ਕੰਜ਼ਿਊਮਰ ਫੋਰਮ 'ਚ ਜਾ ਕੇ ਇੱਕ ਤੁਸੀਂ ਸਿੰਪਲ ਜੀ ਕੰਪਲੇਂਟ ਪਾ ਦਿੰਦੇ ਹੋ ਤਾਂ ਤੁਹਾਡੀ ਸੁਣਵਾਈ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਫਾਰਮਰਜ਼ ਡਿਸਪਿਊਟ ਰਿਡਰੈਸਲ ਕਮਿਸ਼ਨ ਬਣੇ, ਜਿਹਦਾ ਚੇਅਰਮੈਨ ਹਾਈ ਕੋਰਟ ਦਾ ਰਿਟਾਇਰਡ ਜੱਜ ਹੋਵੇ, ਤਾਂ ਕਿ ਕਿਸਾਨਾਂ ਨੂੰ ਜਿਹੜਾ ਹੈ ਉਹ ਜੇ ਕਿਸਾਨ ਨੂੰ ਕੋਈ ਸਮੱਸਿਆ ਆਉਂਦੀ ਹੈ ਉਹਦਾ ਇੱਕ ਚੰਗੇ ਤਰੀਕੇ ਨਾਲ ਹੱਲ ਹੋ ਸਕੇ। ਦੂਸਰਾ ਜਿਹੜਾ ਮੈਂ ਐਗਰੀਮੈਂਟ ਦੀ ਜਿਹੜੀ ਗੱਲ ਹੈ, ਐਗਰੀਮੈਂਟ ਸਰਕਾਰ ਕਰੇ, ਸਰਕਾਰ ਐਗਰੀਮੈਂਟ ਦਾ ਜਿਹੜਾ ਡਰਾਫਟ ਆ ਉਹ ਤੈਅ ਕਰੇ ਔਰ ਜੇ ਵਪਾਰੀ ਬਾਅਦ 'ਚ ਫਸਲ ਖਰੀਦਣ ਤੋਂ ਮੁੱਕਰ ਜਾਂਦਾ ਹੈ ਤਾਂ ਉਹਦੀ ਗਰੰਟੀ ਸਰਕਾਰ ਲਵੇ ਕਿ ਵਪਾਰੀ ਨਾਲ ਤੁਹਾਡਾ ਇਕਰਾਰਨਾਮਾ ਹੋ ਗਿਆ, ਇਹ ਨਹੀਂ ਲੈਂਦਾ ਤਾਂ ਅਸੀਂ ਲਵਾਂਗੇ। ਤੀਸਰਾ ਜਿਹੜਾ ਸਭ ਤੋਂ ਵੱਡਾ ਸਵਾਲ ਹੈ, ਸਭ ਤੋਂ ਵੱਡੀ ਮੰਗ ਜਿਹੜੀ ਹੋਣੀ ਚਾਹੀਦੀ ਆ ਕਿ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਉਹਨੂੰ ਕਾਨੂੰਨੀ ਮਾਨਤਾ ਮਿਲਣੀ ਚਾਹੀਦੀ ਹੈ। ਇਹ ਗੱਲਾਂ ਪਹਿਲਾਂ ਵੀ ਚੱਲੀਆਂ ਨੇ। ਤਾਂ ਕੋਈ ਜਾਂ ਤਾਂ ਇਸੇ 'ਚ ਹੀ ਅਮੈਂਡਮੈਂਟ ਹੋ ਜਾਵੇ ਜਾਂ ਇੱਕ ਸਪੈਸ਼ਲ ਐਕਟ ਪਾਸ ਹੋਵੇ ਕਿ ਮਿਨੀਮਮ ਸਪੋਰਟ ਪ੍ਰਾਈਸ ਐਕਟ ਜਿਹੜਾ ਕਾਨੂੰਨੀ ਮਾਨਤਾ ਇਹਨੂੰ ਦੇਵੇ। ਇੱਕ ਗੱਲ ਹੁਣ MSP ਹੋਣਾ ਕੀ ਚਾਹੀਦਾ? ਜਿਹੜਾ ਹੁਣ ਸਾਨੂੰ MSP ਦਿੱਤਾ ਜਾ ਰਿਹਾ, ਸਵਾਮੀਨਾਥਨ ਕਮੇਟੀ ਬਣੀ ਸੀ ਜਿਹਦੇ ਬਾਰੇ ਪਹਿਲਾਂ ਮੋਦੀ ਸਰਕਾਰ ਨੇ ਆ ਕੇ ਕਿਹਾ ਸੀ ਕਿ ਮੈਂ ਸਰਕਾਰ 'ਚ ਆਉਣ ਤੋਂ ਸਭ ਤੋਂ ਪਹਿਲਾ ਕੰਮ ਇਹ ਕਰੂੰਗਾ ਕਿ ਮੈਂ ਜਿਹੜਾ ਇਹ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਆ ਉਹਨੂੰ ਲਾਗੂ ਕਰੂੰਗਾ। ਬਾਅਦ 'ਚ ਆ ਕੇ ਮੁੱਕਰ ਕੇ ਪਾਰਲੀਮੈਂਟ 'ਚ ਵੀ ਕਹਿਤਾ ਕਿ ਅਸੀਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਨਹੀਂ ਕਰ ਸਕਦੇ। ਹੁਣ MSP ਕੀ ਹੋਣਾ ਚਾਹੀਦਾ? MSP ਹੁਣ ਸਾਨੂੰ ਮਿਲ ਰਿਹਾ 2 ਪੈਮਾਨਿਆਂ 'ਤੇ। ਪਹਿਲਾ ਪੈਮਾਨਾ ਜਿਹਨੂੰ ਸਵਾਮੀਨਾਥਨ A2 ਕਹਿੰਦਾ। A2 ਦੇ ਵਿੱਚ ਕੀ ਹੁੰਦਾ? ਜਿਹੜੀ ਕਿਸਾਨ ਦੀ ਅਸਲੀ ਲਾਗਤ ਹੈ, ਬੀਜ ਹੋ ਗਿਆ, ਤੁਹਾਡਾ ਖਾਦ ਹੋ ਗਈ, ਤੇਲ ਹੋ ਗਏ, ਪੈਸਟੀਸਾਈਡ ਸਪਰੇਹਾਂ 'ਤੇ ਜਿਹੜਾ ਤੁਹਾਡਾ ਖਰਚਾ ਉਹ ਗਿਣਿਆ ਜਾਂਦਾ। ਦੂਜਾ FL ਫੈਮਿਲੀ ਲੇਬਰ, ਮਤਲਬ ਕਿਸਾਨ ਦੇ ਪਰਿਵਾਰ ਦੇ ਜਿਹੜੀ ਉਹਨੇ ਮਿਹਨਤ ਕੀਤੀ, ਕਿਸਾਨ ਨੇ ਖੁਦ, ਕਿਸਾਨ ਦੇ ਬੱਚਿਆਂ ਨੇ, ਕਿਸਾਨ ਦੀ ਘਰ ਵਾਲੀ ਨੇ, ਉਹ ਵੀ ਉਸ ਜਿਹੜਾ MSP ਦੇ ਵਿੱਚ ਪਾਇਆ ਜਾਵੇ।
ਇਹ ਪਾਇਆ ਜਾ ਰਿਹਾ। ਪਰ ਤੀਜਾ ਜਿਹੜਾ ਨੁਕਤਾ ਹੈ ਉਹ ਹੈ, ਉਹਨੂੰ C2 ਕਹਿੰਦਾ ਸਵਾਮੀਨਾਥਨ। ਉਹ ਕੀ ਹੈ ਕਿ ਜਿਹੜੀ ਜ਼ਮੀਨ ਦਾ ਜਿਹੜਾ ਠੇਕਾ ਹੈ ਉਹ ਵੀ MSP ਦੇ ਵਿੱਚ ਕਾਊਂਟ ਹੋਣਾ ਚਾਹੀਦਾ, ਜਿਹੜਾ ਕਿ ਸਰਕਾਰ ਨਹੀਂ ਕਰ ਰਹੀ। ਤਾਂ ਮੰਗਾਂ ਤੇ ਅੜੋ ਇਸ ਗੱਲ ਤੇ ਕਿ MSP ਦਿਓ ਜੋ ਸਵਾਮੀਨਾਥਨ ਨੇ ਕਿਹਾ। ਪਹਿਲਾਂ ਇਹ ਕਾਨੂੰਨ ਵਾਪਸ ਲਓ, ਬਦਲੇ 'ਚ ਸਾਨੂੰ MSP ਨੂੰ ਲੀਗਲ ਸੈਂਕਟਿਟੀ, ਕਾਨੂੰਨੀ ਮਾਨਤਾ ਦਿਓ, ਅਤੇ MSP ਸਾਨੂੰ ਉਹ ਨਹੀਂ ਜਿਹੜਾ ਤੁਸੀਂ ਦੇ ਰਹੇ ਹੋ, ਸਾਨੂੰ ਉਹ ਦਿਓ ਜਿਹੜਾ ਸਾਡਾ ਬਣਦਾ ਹੈ ਸਵਾਮੀਨਾਥਨ ਕਮੇਟੀ ਦੇ ਮੁਤਾਬਕ। ਠੀਕ ਹੈ ਜੀ। ਤੀਸਰਾ ਜਿਹੜਾ ਸਭ ਤੋਂ ਵੱਡੀ ਗੱਲ, ਜਿਹੜਾ ਖੇਤੀ ਬੀਮਾ, ਖੇਤੀ ਬੀਮੇ ਦੇ ਇੱਕ ਬੋਗਸ ਜੀ ਇਹਨਾਂ ਨੇ ਚਲਾਈ ਜ਼ਰੂਰ ਹੈ ਸਕੀਮ, ਪਰ ਉਹਦੇ 'ਚ ਕੀ ਹੈ ਕਿ ਪੂਰੇ ਪਿੰਡ ਦੀ 40% ਜਾਂ 60% ਜੇ ਫਸਲ ਤਬਾਹ ਹੋਊਗੀ ਤਾਂ ਤੁਹਾਨੂੰ ਬੀਮਾ ਮਿਲਦਾ ਨਹੀਂ। ਬਾਕੀ ਜੇ ਅਸੀਂ ਵੈਸੇ ਦੇਖੀਏ, ਮੰਨ ਲਓ ਕਿਸੇ ਦੀ ਕਾਰ ਦਾ ਐਕਸੀਡੈਂਟ ਹੋ ਗਿਆ, ਉਹਦਾ ਬੋਨਟ ਵੀ ਟੁੱਟ ਗਿਆ ਜੇ, ਉਹਦਾ ਵੀ ਬੀਮਾ ਮਿਲਦਾ ਹੈ। ਕਿਸੇ ਫੈਕਟਰੀ ਦੀ ਇੱਕ ਯੂਨਿਟ ਵੀ ਜੇ ਸੜ ਗਈ, ਉਹਦਾ ਵੀ ਬੀਮਾ ਮਿਲਦਾ ਹੈ। ਪਰ ਕਿਸਾਨ ਦੀ ਫਸਲ ਦਾ ਕਹਿੰਦੇ ਨੇ ਪੂਰੇ ਪਿੰਡ ਦੀ ਜੇ 40% ਫਸਲ ਤਬਾਹ ਹੋਊਗੀ, ਉਹ ਵੀ ਨੈਚੁਰਲ ਕਲੈਮਿਟੀ, ਕੁਦਰਤੀ ਆਫਤ ਕਰਕੇ ਤਾਂ ਦੇਵਾਂਗੇ। ਮੰਨ ਲਓ ਕਿਸਾਨ ਦੀ ਜ਼ਮੀਨ ਦੇ ਉੱਪਰ ਦੀ ਬਿਜਲੀ ਦੀਆਂ ਤਾਰਾਂ ਲੰਘਦੀਆਂ ਨੇ, ਪਤੰਗਾ ਡਿੱਗਿਆ, ਕਿਸੇ ਕਿਸਾਨ ਦਾ 1 ਕਿੱਲਾ ਸੜ ਗਿਆ ਕਣਕ ਦਾ, ਉਹਦਾ ਕੋਈ ਬੀਮਾ ਨਹੀਂ। ਤਾਂ ਮੰਗ ਇਹ ਹੋਣੀ ਚਾਹੀਦੀ ਹੈ ਕਿ ਫਸਲੀ ਬੀਮਾ ਜਿਹੜਾ ਹੈਗਾ ਸਾਡਾ ਹੋਵੇ, ਔਰ ਜੇ ਕਿਸੇ ਦਾ 1 ਕਿੱਲਾ ਕੀ ਅੱਧੇ ਕਿੱਲੇ ਦਾ ਨੁਕਸਾਨ ਵੀ ਹੁੰਦਾ ਹੈ, ਉਹਦੀ ਵੀ ਭਰਪਾਈ ਜਿਹੜੀ ਬੀਮਾ ਕੰਪਨੀਆਂ ਉਹ ਕਰੇ। ਠੀਕ ਹੈ ਜੀ। ਔਰ ਇਸ ਤੋਂ ਬਾਅਦ ਜਿਹੜਾ ਪੱਤਰਕਾਰਾਂ ਨੂੰ ਮੈਂ ਗੱਲ ਕਹਿਣਾ ਚਾਹੁੰਦਾ, ਜਿਹੜੇ ਪੱਤਰਕਾਰ ਆ ਕੇ ਤੁਹਾਨੂੰ ਜਿਹੜੇ ਪੁੱਛਦੇ ਹੁੰਦੇ ਨੇ ਆ ਕੇ ਵੀ ਤੁਹਾਨੂੰ ਕਾਨੂੰਨਾਂ ਦਾ ਪਤਾ, ਉਹਨਾਂ ਨੂੰ ਪੁੱਛਿਓ ਵੀ ਤੁਹਾਨੂੰ ਪਤਾ ਤੁਹਾਡੇ ਕੀ ਅਧਿਕਾਰ ਨੇ ਪੱਤਰਕਾਰਾਂ ਦੇ। ਪੱਤਰਕਾਰਤਾ ਜਿਹੜੀ ਹੈ ਮੌਲਿਕ ਅਧਿਕਾਰ 'ਚ ਆਉਂਦੀ ਕਿ ਨਹੀਂ ਆਉਂਦੀ? ਕਿਹੜੀ ਸੁਪਰੀਮ ਕੋਰਟ ਦਾ ਫੈਸਲਾ ਜੀ 'ਚ ਪੱਤਰਕਾਰਾਂ ਬਾਰੇ ਸਰਕਾਰ ਨੇ ਕਿਹਾ ਕਿ ਪੱਤਰਕਾਰ ਨੂੰ ਬੋਲਣ ਦਾ ਅਧਿਕਾਰ ਹੈ ਕਿ ਨਹੀਂ ਹੈ? ਪੱਤਰਕਾਰ ਨੂੰ ਬੋਲਣ ਦਾ ਅਧਿਕਾਰ ਜ਼ਿਆਦਾ ਜਾਂ ਕਿਸੇ ਨਾਗਰਿਕ ਨੂੰ ਬੋਲਣ ਦਾ ਅਧਿਕਾਰ ਜ਼ਿਆਦਾ ਹੈ? ਤਾਂ ਕੋਈ ਵੀ ਬੰਦਾ ਪੂਰਾ ਨਹੀਂ ਹੁੰਦਾ। ਕੋਈ, ਮੈਂ ਵਕੀਲ ਹਾਂ, ਜੇ ਮੈਂ ਕਹਿ ਦੇਵਾਂ ਕਿ ਮੈਨੂੰ ਸਾਰੇ ਕਾਨੂੰਨ ਪਤਾ ਨੇ, ਨਾ ਕਿਸੇ ਜੱਜ ਨੂੰ ਪਤਾ ਨੇ, ਨਾ ਕਿਸੇ ਵਕੀਲ ਨੂੰ ਪਤਾ, ਨਾ ਹੀ ਹੋ ਸਕਦੇ ਨੇ। ਤਾਂ ਗੱਲ ਸਿੱਧੀ ਜੀ ਆ ਕਿ ਸਾਡਾ ਨੁਕਸਾਨ ਹੋ ਰਿਹਾ। ਹੁਣ ਸਾਨੂੰ ਸਰਕਾਰ ਦੀ ਮਨਸ਼ਾ 'ਤੇ ਸ਼ੱਕ ਹੈ। ਮਨਸ਼ਾ ਕਿੱਥੋਂ ਦਰਸਾਈ ਗਈ ਕਿ ਇਹ ਆਰਡੀਨੈਂਸ ਲਿਆਂਦੇ ਗਏ। ਆਰਡੀਨੈਂਸ ਲਿਆਉਣ ਦੀ ਜਿਹੜੀ ਪਾਵਰ ਹੈ ਉਹ ਸੰਵਿਧਾਨ ਦੀ 123 ਧਾਰਾ ਦੇ ਵਿੱਚ ਹੈ। ਉਹਦੇ 'ਚ ਲਿਖਿਆ ਕਿ ਜੇ ਕੋਈ ਐਮਰਜੈਂਸੀ ਹੋਵੇ, ਬਹੁਤ ਜ਼ਿਆਦਾ ਐਮਰਜੈਂਸੀ ਹੋਵੇ, ਉਦੋਂ ਤੁਸੀਂ ਆਰਡੀਨੈਂਸ ਲਿਆ ਸਕਦੇ ਹੋ। ਕਰੋਨਾ ਲੱਗਿਆ ਹੋਇਆ, ਫਸਲਾਂ ਹਾਲੇ ਖੜੀਆਂ ਨੇ, ਕਿਸਾਨ ਮੰਗ ਨਹੀਂ ਰਹੇ, ਤੁਸੀਂ ਆਰਡੀਨੈਂਸ ਲਿਆ ਰਹੇ ਹੋ। ਕਿਉਂ ਲਿਆ ਰਹੇ ਹੋ? ਇਹਦਾ ਮਤਲਬ ਤੁਹਾਡੀ ਨੀਅਤ 'ਚ ਖੋਟ ਹੈ। ਫਿਰ ਤੁਸੀਂ ਰਾਜ ਸਭਾ ਦੇ ਵਿੱਚ ਇਹ ਕਾਨੂੰਨ ਹੈ ਕਿ ਇੱਕ ਵੀ ਮੈਂਬਰ ਜੇ ਖੜ੍ਹਾ ਹੋ ਕੇ ਕਹਿ ਦੇਵੇ ਕਿ ਇਸ ਕਾਨੂੰਨ 'ਤੇ ਵੋਟਿੰਗ ਹੋਣੀ ਚਾਹੀਦੀ ਹੈ, ਤਾਂ ਸਪੀਕਰ ਨੂੰ ਵੋਟਿੰਗ ਕਰਾਉਣੀ ਪੈਂਦੀ ਹੈ। ਉੱਥੇ ਪੂਰੀ ਓਪੋਜੀਸ਼ਨ ਰੌਲਾ ਪਾ ਰਹੀ ਹੈ, ਤੁਸੀਂ 8 MP ਡਿਸਕੁਆਲੀਫਾਈ ਕਰਤੇ, ਧੱਕੇ ਨਾਲ ਤੁਸੀਂ ਬਿਨਾਂ ਵੋਟ ਪਵਾਏ ਤੁਸੀਂ ਕਾਨੂੰਨ ਪਾਸ ਕਰ ਰਹੇ ਹੋ। ਇਹ ਕਿਹੜੀ ਭਲਾਈ ਕਰ ਰਹੇ ਹੋ ਤੁਸੀਂ? ਇਹਦਾ ਮਤਲਬ ਤੁਹਾਡੀ ਨੀਅਤ 'ਚ ਖੋਟ ਹੈ। ਤਾਂ ਇਸ ਕਰਕੇ ਇਹਦੇ ਲਈ ਕੋਈ ਤੁਹਾਨੂੰ ਕਾਨੂੰਨੀ ਸਮਝ ਹੋਣ ਦੀ ਲੋੜ ਨਹੀਂ, ਤੁਹਾਨੂੰ ਕੋਈ ਬਹੁਤ ਜ਼ਿਆਦਾ ਐਕਸਪਰਟ ਜਿਹੜਾ ਖੇਤੀਬਾੜੀ ਮਾਹਰ ਹੋਣ ਦੀ ਲੋੜ ਨਹੀਂ। ਇਹ ਚੀਜ਼ਾਂ ਆਪਣੇ ਆਪ ਹੀ ਦੱਸ ਰਹੀਆਂ ਨੇ ਕਿ ਇਹਨਾਂ ਦੀ ਨੀਤ ਦੇ ਵਿੱਚ ਖੋਟ ਹੈ। ਤਾਂ ਗੱਲ ਸਿੱਧੀ ਹੈ ਕਿ ਇਹ ਕਾਨੂੰਨ ਸਾਡੇ ਖਿਲਾਫ ਨੇ। ਇਹਨਾਂ ਦੇ ਇਵਜ਼ ਵਿੱਚ ਸਾਡੀਆਂ ਮੰਗਾਂ ਨੇ ਕਿ ਇੱਕ ਤਾਂ ਜਿਹੜਾ ਕਿਸਾਨ ਡਿਸਪਿਊਟ ਰਿਡਰੈਸਲ ਕਮਿਸ਼ਨ ਬਣਨਾ ਚਾਹੀਦਾ, ਜਿਹਦੀ ਅਗਵਾਈ ਹਾਈ ਕੋਰਟ ਦਾ ਰਿਟਾਇਰ ਜੱਜ ਕਰੇ। ਦੂਜਾ, ਬੀਮਾ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਲਾਗੂ ਹੋਣਾ ਚਾਹੀਦਾ। ਜੇ ਕਿਸੇ ਦਾ ਅੱਧਾ ਏਕੜ ਵੀ ਸੜਦਾ ਹੈ ਜਾਂ ਖਰਾਬ ਹੁੰਦੀ ਹੈ ਫਸਲ, ਉਹਨੂੰ ਬੀਮਾ ਮਿਲਣਾ ਚਾਹੀਦਾ। ਠੀਕ ਹੈ ਜੀ। ਤੀਜਾ ਜਿਹੜਾ MSP ਹੈ, MSP ਸਾਨੂੰ ਸਵਾਮੀਨਾਥਨ ਕਮੇਟੀ ਦੀ ਰਿਪੋਰਟ 'ਤੇ ਮਿਲਣਾ ਚਾਹੀਦਾ। ਹੁਣ ਬਹੁਤ ਅੱਛਾ ਮੌਕਾ ਹੈ, ਚੰਗਾ ਅੰਦੋਲਨ ਭਖਿਆ ਹੋਇਆ, ਸਰਕਾਰ ਵੀ ਹੁਣ ਬਿਲਕੁਲ ਸਮਝੌਤੇ ਦੇ ਮੂਡ 'ਚ ਆਈ ਹੋਈ ਹੈ। ਜੇ ਹੁਣ ਅਸੀਂ ਭਟਕ ਗਏ ਮੁੱਦਿਆਂ ਤੋਂ, ਹੁਣ ਜੇ ਅਸੀਂ ਇੱਧਰ ਉੱਧਰ ਦੀਆਂ ਗੱਲਾਂ 'ਚ ਪੈ ਗਏ, ਅਤੇ ਕੋਈ ਵੀ ਅੰਦੋਲਨ ਜੋ ਲੜੋ, ਮੇਰਾ ਤਜਰਬਾ ਜਿੰਨਾ ਕਹਿੰਦਾ, ਕੋਈ ਵੀ ਅੰਦੋਲਨ ਜੋ ਲੜੋ ਨਾ, ਉਹਦੀਆਂ ਮੰਗਾਂ ਸੀਮਤ ਰੱਖੋ। ਖਲਾਰਾ ਪਾ ਕੇ ਕੁਛ ਵੀ ਨਹੀਂ ਮਿਲਦਾ। ਫਿਰ ਮੰਗਾਂ ਸਿਰਫ ਅਤੇ ਸਿਰਫ ਕਿਸਾਨੀ ਨਾਲ ਸੰਬੰਧਿਤ ਹੋਣੀਆਂ ਚਾਹੀਦੀਆਂ ਨੇ। ਆਹੀ 3 ਮੰਗਾਂ ਕਿ MSP ਦਿਓ, ਸਾਡਾ ਇੱਕ ਸਪੈਸ਼ਲ ਕਮਿਸ਼ਨ ਬਣਾਓ, ਅਤੇ ਸਾਨੂੰ ਖੇਤੀ ਦਾ ਬੀਮਾ ਪੂਰਾ ਦਿਓ। ਅਤੇ ਜਿਹੜਾ ਬੰਦਾ ਇਹਨਾਂ ਮੁੱਦਿਆਂ 'ਤੇ ਗੱਲ ਕਰਦਾ ਹੈ ਉਹ ਤੁਹਾਡਾ ਹਿਤੈਸ਼ੀ ਹੈ। ਜਿਹੜਾ ਇਹ ਤੋਂ ਬਾਹਰ ਜਾ ਕੇ ਗੱਲ ਕਰਦਾ ਹੈ ਉਹ ਤੁਹਾਡੇ 'ਚ ਪਵਾੜਾ ਪਵਾਉਣ ਆਇਆ ਹੈ, ਅਤੇ ਉਹਦੀ ਗੱਲ ਨਾ ਸੁਣੋ ਅਤੇ ਡਟੇ ਰਹੋ। ਬਹੁਤ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਨੌਜਵਾਨ ਕਲਾਕਾਰ ਅਤੇ ਖਾਸ ਤੌਰ 'ਤੇ ਜਿਹੜੇ ਇਸ ਧਰਨੇ 'ਚ ਸ਼ਾਮਲ ਹੋ ਰਹੇ ਨੇ, ਕਿਉਂਕਿ ਪਹਿਲਾਂ ਸਿਰਫ ਇਹ ਸਮਝਿਆ ਜਾਂਦਾ ਸੀ ਕਿ ਕਿਸਾਨ ਜਥੇਬੰਦੀਆਂ ਤਾਂ ਵਿਹਲੇ ਬੁੜੇ ਜਾਂਦੇ ਨੇ, ਜਿਨ੍ਹਾਂ ਨੂੰ ਘਰੇ ਨਹੀਂ ਪੁੱਛਦਾ ਕੋਈ, ਉਹ ਕਿਸਾਨ ਜਥੇਬੰਦੀ 'ਚ ਤੁਰ ਜਾਂਦੇ ਨੇ। ਪਰ ਇਸ ਵਾਰ ਔਰਤਾਂ ਆ ਰਹੀਆਂ ਨੇ, ਨੌਜਵਾਨ ਆ ਰਹੇ ਨੇ, ਬੱਚੇ ਵੀ ਆ ਰਹੇ ਨੇ। ਤਾਂ ਇਸ ਅੰਦੋਲਨ ਦਾ ਅਸੀਂ ਫਾਇਦਾ ਲਈਏ। ਇਹਨਾਂ ਗੱਲਾਂ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।